हेलो फ्रेंड्स, मैं जगदेव ढिल्लों वाईफाई एडुकेटर यूट्यूब चैनल ਤੇ ਤੁਹਾਡਾ ਸਵਾਗਤ ਕਰਦਾ ਹਾਂ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਸਟੂਡੈਂਟਸ, ਆਪਾਂ ਟੌਪਿਕ ਸਟਾਰਟ ਕੀਤਾ ਹੋਇਆ ਸੀ ਬਰੂਨਰਸ ਕੋਗਨੀਟਿਵ ਡਿਵੈਲਪਮੈਂਟ ਥਿਊਰੀ। ਮੇਰੇ ਨਾਲ ਬੋਲ ਕੇ ਚੱਲਣਾ। ਆਪਾਂ ਕਿਹੜਾ ਟੌਪਿਕ ਸਟਾਰਟ ਕੀਤਾ ਹੋਇਆ ਸੀ? ਬਰੂਨਰਸ ਕੋਗਨੀਟਿਵ ਡਿਵੈਲਪਮੈਂਟ ਥਿਊਰੀ। ਕੋਗਨੀਟਿਵ यानी कि ਕੋਗਨੀਸ਼ਨ, ਕੋਗਨੀਟਿਵ यानी कि ਕੋਗਨੀਸ਼ਨ। ਕੋਗਨੀਸ਼ਨ ਦਾ ਮਤਲਬ ਕੀ ਹੈ? ਸਾਡੇ ਥਾਊਟ, ਆਈਡੀਆਜ਼, ਨੌਲੇਜ, ਗਿਆਨ। ਸਾਡੇ ਥਾਊਟ, ਸਾਡੇ ਆਈਡੀਆ, ਸਾਡੀ ਨੌਲੇਜ ਕਿਵੇਂ ਕਿਵੇਂ ਡਿਵੈਲਪ ਹੁੰਦੀ ਆ, ਅਸੀਂ ਕਿਸੇ ਚੀਜ਼ ਨੂੰ ਕਿਵੇਂ ਪਰਸੀਵ ਕਰਦੇ ਆ, ਅਸੀਂ ਕਿਸੇ ਚੀਜ਼ ਪ੍ਰਤੀ ਕਿਵੇਂ ਸੋਚਦੇ ਆ, ਇਹ ਸਾਰਾ ਕੁਝ ਜਿਹੜਾ ਡਿਵੈਲਪ ਹੁੰਦਾ ਉਸ ਚੀਜ਼ ਨੂੰ ਕੀ ਕਿਹਾ ਜਾਂਦਾ? ਕੋਗਨੀਟਿਵ ਡਿਵੈਲਪਮੈਂਟ ਕਿਹਾ ਜਾਂਦਾ। ਇਸ ਦੀ ਥਿਊਰੀ ਦਾ ਸੈਕੰਡ ਨੇਮ ਕੀ ਸੀ? ਡਿਸਕਵਰੀ ਥਿਊਰੀ ਆਫ ਲਰਨਿੰਗ। ਡਿਸਕਵਰੀ ਥਿਊਰੀ ਆਫ ਲਰਨਿੰਗ ਦਾ ਮਤਲਬ ਕੀ ਆ? ਬਰੂਨਰ ਕਹਿੰਦਾ ਜਿਹੜਾ ਬੱਚਾ ਬਰੂਨਰ ਕੀ ਕਹਿੰਦਾਗਾ ਵੀ ਜਿਹੜਾ ਬੱਚਾ ਉਹ ਕਲਾਸ ਦੇ ਵਿੱਚ ਕੀ ਹੋਣਾ ਚਾਹੀਦਾ? ਐਕਟਿਵ ਹੋਣਾ ਚਾਹੀਦਾ। ਜਾਣੀ ਕਿ ਬੱਚਾ ਆਪਣੇ এনवायरमेंट ਦੇ ਵਿੱਚ ਕੀ ਹੋਣਾ ਚਾਹੀਦਾ? ਐਕਟਿਵ ਹੋਣਾ ਚਾਹੀਦਾ। ਉਹ ਜਿਹੜੀਆਂ ਚੀਜ਼ਾਂ ਲਰਨ ਕਰ ਰਿਹਾ, ਜਿਹੜੀਆਂ ਚੀਜ਼ਾਂ ਕੀ ਕਰ ਰਿਹਾ? ਲਰਨ ਕਰ ਰਿਹਾ, ਉਹਨਾਂ ਦੇ ਪ੍ਰਿੰਸੀਪਲ ਨੂੰ ਕੀ ਕਰਨਾ ਚਾਹੀਦਾ? ਆਇਡੈਂਟੀਫਾਈ ਕਰਨਾ ਚਾਹੀਦਾ ਵੀ ਉਹਨੇ ਸਹੀ ਲਰਨ ਕੀਤਾ ਕਿ ਗਲਤ ਲਰਨ ਕੀਤਾ। ਉਸ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ? ਡਿਸਕਵਰੀ ਆਫ ਲਰਨਿੰਗ। ਬੋਲੋ ਕਲੀਅਰ ਹੈ? ਮੈਂ ਫੇਰ ਦੱਸ ਰਿਹਾ। ਉਹਦੀ ਥਿਊਰੀ ਦਾ ਪਹਿਲਾ ਨਾਮ ਕੀ ਸੀ? ਬਰੂਨਰਸ ਕੋਗਨੀਟਿਵ ਡਿਵੈਲਪਮੈਂਟ ਥਿਊਰੀ। ਸੈਕੰਡ ਨੇਮ ਕੀ ਸੀ? ਡਿਸਕਵਰੀ ਥਿਊਰੀ ਆਫ ਲਰਨਿੰਗ। ਜਿਹੜਾ ਬਰੂਨਰ ਹੈ, ਬਰੂਨਰ ਨੂੰ ਕੋਗਨੀਟਿਵ ਕੰਸਟਰਕਟਿਵਿਜ਼ਮ ਵੀ ਕਿਹਾ ਜਾਂਦਾ। ਇਹਦਾ ਮਤਲਬ ਕੀ ਆ ਵੀ ਜਿਹੜਾ ਬੱਚਾ ਆਪਣੀ ਨੌਲੇਜ, ਵੀ ਜਿਹੜਾ ਬੱਚਾ ਉਹ ਆਪਣੀ ਨੌਲੇਜ ਆਪ ਕੀ ਕਰਦਾਗਾ? ਕੰਸਟਰਕਟ ਕਰਦਾ। ਬੱਚਾ ਆਪਣੀ ਨੌਲੇਜ ਕੀ ਕਰਦਾ? ਆਪ ਕੰਸਟਰਕਟ ਕਰਦਾ। ਕਿਹਦੇ ਥਰੂ? ਬਾਏ ਆਬਜ਼ਰਵੇਸ਼ਨ ਜਾਂ ਬਾਏ ਐਕਸਪੀਰੀਅੰਸ। ਬਰੂਨਰ ਕੀ ਕਹਿੰਦਾ ਸੀ ਵੀ ਬੱਚਾ ਆਪਣੀ ਨੌਲੇਜ ਆਪ ਕੀ ਕਰਦਾਗਾ? ਕੰਸਟਰਕਟ ਕਰਦਾ। ਕਿਹਦੇ ਥਰੂ? ਆਪਣੇ ਐਕਸਪੀਰੀਅੰਸ ਜਾਂ ਬਾਏ ਆਬਜ਼ਰਵੇਸ਼ਨ ਦੇ ਥਰੂ। ਇਸ ਕਰਕੇ ਜਿਹੜਾ ਬਰੂਨਰ ਆ ਉਹ ਕਿਹੜੇ ਸਕੂਲ ਨਾਲ ਰਿਲੇਟਡ ਸੀ? ਕੋਗਨੀਟਿਵ ਸਾਈਕੋਲੋਜੀ ਦੇ ਨਾਲ। ਕਿਹੜੇ ਸਕੂਲ ਨਾਲ ਰਿਲੇਟਡ ਸੀ? ਕੋਗਨੀਟਿਵ ਸਾਈਕੋਲੋਜੀ ਦੇ ਨਾਲ। ਕੋਗਨੀਟਿਵ ਸਾਈਕੋਲੋਜੀ ਦੇ ਵਿੱਚ ਮੇਨ ਜਿਹੜੇ ਪਰਸਨ ਨੇ ਜਿਵੇਂ ਮਿਲਰ, ਬਰੂਨਰ, ਪਿਆਜੇ, ਨੀਜ਼ਰ, ਤੇ ਇਹਨਾਂ ਦੇ ਵਿੱਚੋਂ ਜਿਹੜਾ ਉਲਰਿਕ ਨੀਜ਼ਰ ਹੈ ਉਹ ਕੀ ਆ? ਫਾਦਰ ਆਫ ਕੋਗਨੀਟਿਵ ਸਾਈਕੋਲੋਜੀ। ਮੈਂ ਫੇਰ ਦੱਸ ਰਿਹਾ ਸਟੂਡੈਂਟਸ, ਜਿਹੜੇ ਬਰੂਨਰ ਹੈ ਉਹ ਕਿਹੜੇ ਸਕੂਲ ਨਾਲ ਰਿਲੇਟਡ ਸੀ? ਕੋਗਨੀਟਿਵ ਸਾਈਕੋਲੋਜੀ ਦੇ ਨਾਲ। ਕੋਗਨੀਟਿਵ ਸਾਈਕੋਲੋਜੀ ਦੇ ਵਿੱਚ ਕਿਹੜੇ ਕਿਹੜੇ ਪਰਸਨ ਸੀ? ਇੱਕ ਸੀ ਮਿਲਰ, ਇੱਕ ਸੀ ਬਰੂਨਰ, ਇੱਕ ਸੀ ਪਿਆਜੇ ਤੇ ਇੱਕ ਸੀ ਨੀਜ਼ਰ। ਤੇ ਯਾਦ ਰੱਖਣਾ ਵੀ ਫਾਦਰ ਆਫ ਕੋਗਨੀਟਿਵ ਸਾਈਕੋਲੋਜੀ, ਮੈंने ਕੀ ਕਿਹਾ? ਫਾਦਰ ਆਫ ਕੋਗਨੀਟਿਵ ਸਾਈਕੋਲੋਜੀ। ਤਾਂ ਉਹ ਕੌਣ ਆ? ਉਲਰਿਕ ਨੀਜ਼ਰ। ਯਾਦ ਰੱਖਣਾ ਵੀ ਜਿਹੜਾ ਫਾਦਰ ਆਫ ਕੋਗਨੀਟਿਵ ਸਾਈਕੋਲੋਜੀ ਆ ਤਾਂ ਫਾਦਰ ਆਫ ਕੋਗਨੀਟਿਵ ਸਾਈਕੋਲੋਜੀ ਕੌਣ ਆ? ਤਾਂ ਕੌਣ ਆ? ਨੀਜ਼ਰ। ਫਿਰ ਬਰੂਨਰ ਕੀ ਕਹਿੰਦਾ ਸੀ ਵੀ ਜਿਹੜੀ ਬੱਚੇ ਦੀ ਡਿਵੈਲਪਮੈਂਟ ਆ, ਜਿਹੜੀ ਬੱਚੇ ਦੀ ਕੀ ਆ? ਡਿਵੈਲਪਮੈਂਟ ਆ, ਉਹ ਕਿਹੜਾ ਪ੍ਰੋਸੈਸ ਆ? ਕੰਟੀਨਿਊ ਪ੍ਰੋਸੈਸ ਆ। ਯਾਦ ਰੱਖਣਾ। ਪਿਆਜੇ ਕੀ ਕਹਿੰਦਾ ਸੀ ਵੀ ਬੱਚੇ ਦੀ ਜਿਹੜੀ ਡਿਵੈਲਪਮੈਂਟ ਆ ਉਹ ਕਿਹੜਾ ਪ੍ਰੋਸੈਸ ਆ? ਡਿਸਕੰਟੀਨਿਊ ਪ੍ਰੋਸੈਸ ਆ। ਯਾਨੀ ਕਿ ਇੱਕ ਸਟੇਜ ਦੂਸਰੀ ਸਟੇਜ ਨੂੰ ਸਿੱਖਣ ਵਿੱਚ ਕੀ ਆ? ਹੈਲਪ ਨਹੀਂ ਕਰਦੀ। ਪਰ ਬਰੂਨਰ ਕੀ ਕਹਿੰਦਾ ਸੀ ਵੀ ਬੱਚੇ ਦੀ ਜਿਹੜੀ ਡਿਵੈਲਪਮੈਂਟ ਆ ਉਹ ਕਿਹੜਾ ਪ੍ਰੋਸੈਸ ਆ? ਕੰਟੀਨਿਊ ਪ੍ਰੋਸੈਸ ਆ। ਬਰੂਨਰ ਕੀ ਕਹਿੰਦਾ ਸੀ ਵੀ ਬੱਚੇ ਦੀ ਜਿਹੜੀ ਡਿਵੈਲਪਮੈਂਟ ਆ ਉਹ ਕਿਹੜਾ ਪ੍ਰੋਸੈਸ ਆ? ਕੰਟੀਨਿਊ ਪ੍ਰੋਸੈਸ ਆ। ਜਾਣੀ ਕਿ ਇੱਕ ਸਟੇਜ ਦੂਸਰੀ ਸਟੇਜ ਨੂੰ ਸਿੱਖਣ ਵਿੱਚ ਕੀ ਕਰਦੀ ਆ? ਹੈਲਪ ਕਰਦੀ ਆ। ਤੇ ਜਿਹੜੀ ਸੈਕੰਡ ਸਟੇਜ ਆ ਉਹ ਥਰਡ ਸਟੇਜ ਨੂੰ ਸਿੱਖਣ ਵਿੱਚ ਕੀ ਕਰਦੀ ਆ? ਹੈਲਪ ਕਰਦੀ ਆ। ਮੈਂ ਫੇਰ ਦੱਸ ਰਿਹਾ ਵੀ ਬਰੂਨਰ ਕੀ ਕਹਿੰਦਾ ਸੀ ਵੀ ਬੱਚੇ ਦੀ ਜਿਹੜੀ ਡਿਵੈਲਪਮੈਂਟ ਆ ਉਹ ਕਿਹੜਾ ਪ੍ਰੋਸੈਸ ਆ? ਕੰਟੀਨਿਊ ਪ੍ਰੋਸੈਸ ਆ। ਕੰਟੀਨਿਊ ਮੀਨਸ ਜਾਨੀ ਕਿ ਬੱਚੇ ਦੀ ਜਿਹੜੀ ਡਿਵੈਲਪਮੈਂਟ ਆ ਉਹ ਕੰਟੀਨਿਊ ਚੱਲਦੀ ਆ, ਵੀ ਇੱਕ ਸਟੇਜ ਦੂਸਰੀ ਸਟੇਜ ਨੂੰ ਸਿੱਖਣ ਵਿੱਚ ਕੀ ਕਰਦੀ ਆ? ਹੈਲਪ ਕਰਦੀ ਆ। ਫਿਰ ਬਰੂਨਰ ਨੇ ਕੀ ਕਿਹਾ ਵੀ ਜਿਹੜਾ ਕਰਿਕੂਲਮ ਆ, ਜਿਹੜਾ ਕੀ ਆ? ਕਰਿਕੂਲਮ ਜਾਨੀ ਕਿ ਪਾਠਕ੍ਰਮ ਉਹ ਕੀ ਹੋਣਾ ਚਾਹੀਦਾ? ਸਪਾਇਰਲ ਹੋਣਾ ਚਾਹੀਦਾ।
ਕਰਿਕਲਮ ਕੀ ਹੋਣਾ ਚਾਹੀਦਾ ਸਪਾਇਰਲ ਹੋਣਾ ਚਾਹੀਦਾ। ਮੈਂ ਫੇਰ ਦੱਸ ਰਿਹਾ ਬਰੂਨਰ ਕੀ ਕਹਿੰਦਾ ਸੀ ਵੀ ਬੱਚੇ ਜਿਹੜਾ ਸਾਡਾ ਪਾਠਕ੍ਰਮ ਆ ਯਾਨੀ ਕਿ ਜਿਹੜਾ ਸਾਡਾ ਕਰਿਕਲਮ ਆ ਉਹ ਕੀ ਹੋਣਾ ਚਾਹੀਦਾ ਸਪਾਇਰਲ ਹੋਣਾ ਚਾਹੀਦਾ। ਕੀ ਹੋਣਾ ਚਾਹੀਦਾ ਸਪਾਇਰਲ ਹੋਣਾ ਚਾਹੀਦਾ। ਇਹਦਾ ਮਤਲਬ ਕੀ ਹੈ ਇੱਕ ਕਿਧਰੋਂ ਨੂੰ ਜਾਣਾ ਚਾਹੀਦਾ ਸਿੰਪਲ ਟੂ ਕੰਪਲੈਕਸ। ਇਹਦਾ ਮਤਲਬ ਕੀ ਆ ਵੀ ਬੱਚੇ ਨੂੰ ਜਿਹੜੀ ਚੀਜ਼ ਅਸੀਂ ਇੱਥੇ ਸਿਖਾਈ ਆ ਉਹ ਅਗਲੀ ਚੀਜ਼ ਨੂੰ ਸਿੱਖਣ ਦੇ ਵਿੱਚ ਯਾਨੀ ਕਿ ਅਗਲੀ ਚੀਜ਼ ਨੂੰ ਲਰਨਿੰਗ ਕਰਨ ਦੇ ਵਿੱਚ ਕੀ ਕਰਦੀ ਆ ਹੈਲਪ ਕਰਦੀ ਆ। ਯਾਨੀ ਕਿ ਕਹਿਣ ਦਾ ਮਤਲਬ ਇਹ ਆ ਵੀ ਕਰਿਕਲਮ ਕੀ ਹੋਣਾ ਚਾਹੀਦਾ ਜੁੜਿਆ ਹੋਣਾ ਚਾਹੀਦਾ। ਕਰਿਕਲਮ ਕੀ ਹੋਣਾ ਚਾਹੀਦਾ ਜੁੜਿਆ ਹੋਣਾ ਚਾਹੀਦਾ ਯਾਨੀ ਕਿ ਇੰਟੀਗ੍ਰੇਟਡ ਹੋਣਾ ਚਾਹੀਦਾ ਵੀ ਇੱਕ ਚੀਜ਼ ਦੂਸਰੀ ਚੀਜ਼ ਨੂੰ ਸਿੱਖਣ ਵਿੱਚ ਕੀ ਕਰਦੀ ਹੋਣੀ ਚਾਹੀਦੀ ਆ ਹੈਲਪ ਕਰਦੀ ਹੋਣੀ ਚਾਹੀਦੀ ਆ। ਜਿਵੇਂ ਤੁਸੀਂ ਸਾਰੇ ਕਲਾਸਾਂ ਦੇ ਤੁਸੀਂ ਸਿਲੇਬਸ ਦੇ ਵਿੱਚ ਸਬਜੈਕਟ ਦੇਖੇ ਹੋਣਗੇ ਇੱਕ ਸਬਜੈਕਟ ਦੂਸਰੇ ਸਬਜੈਕਟ ਨਾਲ ਕੀ ਹੁੰਦਾ ਇੰਟੀਗ੍ਰੇਟਡ ਹੁੰਦਾ। ਉਹ ਸਬਜੈਕਟ ਦੇ ਜਿਹੜੇ ਚੈਪਟਰ ਨੇ ਉਹ ਚੈਪਟਰ ਵੀ ਇੱਕ ਚੈਪਟਰ ਦੂਸਰੇ ਚੈਪਟਰ ਦੇ ਨਾਲ ਕੀ ਹੁੰਦਾ ਇੰਟੀਗ੍ਰੇਟਡ ਹੁੰਦਾ। ਜਿਵੇਂ ਮੈਥਮੈਟਿਕਸ ਦੀ ਐਗਜ਼ਾਮਪਲ ਲਵਾਂ ਤਾਂ ਜਿਹੜਾ ਫਸਟ ਚੈਪਟਰ ਹੋਏਗਾ ਉਹ ਸੈਕੰਡ ਚੈਪਟਰ ਸਿੱਖਣ ਦੇ ਵਿੱਚ ਕੀ ਕਰੇਗਾ ਹੈਲਪ ਕਰੇਗਾ। ਸੈਕੰਡ ਅੱਗੇ ਥਰਡ ਚੈਪਟਰ ਸਿੱਖਣ ਦੇ ਵਿੱਚ ਕੀ ਕਰੇਗਾ ਹੈਲਪ ਕਰੇਗਾ। ਉਹ ਕਈ ਵਾਰ ਲਿਖਿਆ ਹੁੰਦਾ ਸੀ ਵੀ ਤੁਸੀਂ ਇਸ ਚੈਪਟਰ ਪਹਿਲਾਂ ਵਾਲੇ ਚੈਪਟਰ ਦੇ ਵਿੱਚ ਜਾਂ ਪਹਿਲਾਂ ਵਾਲੇ ਅਧਿਆਇ ਦੇ ਵਿੱਚ ਇਹ ਕੀ ਆ ਪੜ੍ਹ ਚੁੱਕੇ ਹੋ। ਇਸ ਕਰਕੇ ਇੱਕ ਚੈਪਟਰ ਦੂਸਰੇ ਚੈਪਟਰ ਨੂੰ ਸਿੱਖਣ ਵਿੱਚ ਕੀ ਕਰਦਾਗਾ ਹੈਲਪ ਕਰਦਾ ਜਾਂ ਇੱਕ ਸਬਜੈਕਟ ਦੂਸਰੇ ਸਬਜੈਕਟ ਨੂੰ ਸਿੱਖਣ ਵਿੱਚ ਵੀ ਕੀ ਕਰਦਾਗਾ ਹੈਲਪ ਕਰਦਾ। ਸਪਾਇਰਲ ਮੀਨ ਇਸ ਤਰ੍ਹਾਂ ਦਾ ਬੇਸ ਵੀ ਜਿਹੜਾ ਸਾਡਾ ਕਰਿਕਲਮ ਹੋਣਾ ਚਾਹੀਦਾ ਉਹ ਕੀ ਹੋਣਾ ਚਾਹੀਦਾ ਸਪਾਇਰਲ ਹੋਣਾ ਚਾਹੀਦਾ। ਇਹ ਨਹੀਂ ਹੈਗਾ ਹੁਣ ਅਸੀਂ ਜੇ ਮੰਨ ਲਓ ਇਹਨੂੰ ਇੱਥੋਂ ਸਟਾਰਟ ਕਰਨਾ ਇੱਥੋਂ ਨਹੀਂ ਸਟਾਰਟ ਕਰ ਸਕਦੇ ਅਸੀਂ ਇੱਥੋਂ ਹੀ ਕੀ ਕਰਾਂਗੇ ਬੇਸ ਤੋਂ ਹੀ ਕੀ ਕਰਾਂਗੇ ਸਟਾਰਟ ਕਰਾਂਗੇ। ਇੱਥੇ ਤੱਕ ਜੇ ਅਸੀਂ ਪਹੁੰਚਣਾ ਤਾਂ ਪਹਿਲਾਂ ਬੱਚੇ ਨੂੰ ਇਸ ਚੀਜ਼ ਬਾਰੇ ਕੀ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ। ਇਸ ਕਰਕੇ ਬਰੂਨਰ ਕੀ ਕਹਿੰਦਾ ਵੀ ਬੱਚੇ ਦਾ ਜਿਹੜਾ ਕਰਿਕਲਮ ਹੋਣਾ ਚਾਹੀਦਾ ਉਹ ਕਿਹੜਾ ਕਰਿਕਲਮ ਹੋਣਾ ਚਾਹੀਦਾ ਸਪਾਇਰਲ ਕਰਿਕਲਮ ਹੋਣਾ ਚਾਹੀਦਾ ਯਾਨੀ ਕਿ ਸਿੰਪਲ ਟੂ ਕੰਪਲੈਕਸ ਜਾਣਾ ਚਾਹੀਦਾ ਵੀ ਪਹਿਲੀਆਂ ਚੀਜ਼ਾਂ ਜਿਹੜੀਆਂ ਦੂਸਰੀਆਂ ਚੀਜ਼ਾਂ ਨੂੰ ਸਿੱਖਣ ਵਿੱਚ ਕੀ ਕਰਦੀਆਂ ਹੋਣੀਆਂ ਚਾਹੀਦੀਆਂ ਹੈਲਪ ਕਰਦੀਆਂ ਹੋਣੀਆਂ ਚਾਹੀਦੀਆਂ। ਬਰੂਨਰ ਦੀ ਜਿਹੜੀ ਥਿਊਰੀ ਆ ਉਹ ਕਿਹੜੀ ਅਪਰੋਚ ਦੇ ਉੱਪਰ ਬੇਸਡ ਆ ਇੰਡਕਟਿਵ ਅਪਰੋਚ ਦੇ ਉੱਪਰ। ਅਸੀਂ ਸਟੂਡੈਂਟਸ ਦੋ ਅਪਰੋਚ ਪੜ੍ਹਦੇ ਆ ਇੱਕ ਕਿਹੜੀ ਡਿਡਕਟਿਵ ਤੇ ਇੱਕ ਕਿਹੜੀ ਇੰਡਕਟਿਵ। ਡਿਡਕਟਿਵ ਅਪਰੋਚ ਕੀ ਕਹਿੰਦੀ ਆ ਵੀ ਅਸੀਂ ਕਿਧਰੋਂ ਜਾਂਦੇ ਆ ਜਨਰਲ ਟੂ ਪਾਰਟਿਕੂਲਰ ਤੇ ਜਿਹੜੀ ਇੰਡਕਟਿਵ ਅਪਰੋਚ ਆ ਉਹ ਕੀ ਕਹਿੰਦੀ ਅਸੀਂ ਕਿਧਰੋਂ ਜਾਂਦੇ ਆ ਪਾਰਟਿਕੂਲਰ ਟੂ ਜਨਰਲ। ਇਹ ਦੋਨੋਂ ਕਨਸੈਪਟ ਅਰਿਸਟੋਟਲ ਨੇ ਦਿੱਤੇ ਸੀ। ਡਿਡਕਟਿਵ ਅਪਰੋਚ ਕੀ ਕਹਿੰਦੇ ਕਿਧਰੋਂ ਜਾਣਾ ਜਨਰਲ ਟੂ ਪਾਰਟਿਕੂਲਰ ਯਾਨੀ ਕਿ ਪਹਿਲਾਂ ਬੱਚੇ ਨੂੰ ਕੀ ਸਿਖਾਓ ਥਿਊਰੀ ਇਹਦੇ ਅਕੋਰਡਿੰਗ ਪਹਿਲਾਂ ਬੱਚੇ ਨੂੰ ਕੀ ਸਿਖਾਓ ਥਿਊਰੀ ਯਾਨੀ ਕਿ ਉਹਦੇ ਕੀ ਰੂਲ ਤੇ ਫਿਰ ਬੱਚੇ ਨੂੰ ਕੀ ਦਿਓ ਐਗਜ਼ਾਮਪਲ। ਪਰ ਜਿਹੜੀ ਬਰੂਨਰ ਦੀ ਥਿਊਰੀ ਆ ਉਹ ਕਿਹੜੀ ਅਪਰੋਚ ਦੇ ਉੱਪਰ ਬੇਸਡ ਆ ਇੰਡਕਟਿਵ ਅਪਰੋਚ ਦੇ ਉੱਪਰ। ਇਹ ਕੀ ਕਹਿੰਦੇ ਵੀ ਕਿਧਰੋਂ ਜਾਣਾ ਪਾਰਟਿਕੂਲਰ ਟੂ ਜਨਰਲ ਯਾਨੀ ਕਿ ਬੱਚੇ ਨੂੰ ਪਹਿਲਾਂ ਕੀ ਦਿਓ ਐਗਜ਼ਾਮਪਲ ਉਹਦੇ ਬੇਸ ਤੇ ਫਿਰ ਉਹਨੂੰ ਕੀ ਸਿਖਾਓ ਥਿਊਰੀ ਜਾਂ ਰੂਲ। ਮੈਂ ਫੇਰ ਦੱਸ ਰਿਹਾ ਜਿਹੜੀ ਬਰੂਨਰ ਦੀ ਥਿਊਰੀ ਆ ਉਹ ਕਿਹੜੀ ਅਪਰੋਚ ਦੇ ਉੱਪਰ ਬੇਸਡ ਆ ਇੰਡਕਟਿਵ ਅਪਰੋਚ ਦੇ ਉੱਪਰ ਬੇਸਡ ਆ। ਇੰਡਕਟਿਵ ਅਪਰੋਚ ਕਿਧਰੋਂ ਜਾਂਦੀ ਆ ਪਾਰਟਿਕੂਲਰ ਟੂ ਜਨਰਲ ਯਾਨੀ ਕਿ ਬੱਚੇ ਨੂੰ ਪਹਿਲਾਂ ਕੀ ਦਿਓ ਐਗਜ਼ਾਮਪਲ ਤੇ ਫਿਰ ਉਸ ਕਨਸੈਪਟ ਦੀ ਉਹਨੂੰ ਕੀ ਸਿਖਾਓ ਥਿਊਰੀ ਜਾਂ ਰੂਲ। ਇਹ ਯਾਦ ਰੱਖਣਾ ਵੀ ਜਿਹੜੀ ਬਰੂਨਰ ਦੀ ਥਿਊਰੀ ਆ ਉਹ ਕਿਹੜੀ ਅਪਰੋਚ ਦੇ ਉੱਪਰ ਬੇਸਡ ਆ ਇੰਡਕਟਿਵ ਅਪਰੋਚ ਦੇ ਉੱਪਰ। ਇੰਡਕਟਿਵ ਅਪਰੋਚ ਕਿਧਰੋਂ ਜਾਂਦੀ ਆ ਪਾਰਟਿਕੂਲਰ ਟੂ ਜਨਰਲ ਯਾਨੀ ਕਿ ਪਹਿਲਾਂ ਬੱਚੇ ਨੂੰ ਕੀ ਸਿਖਾਓ ਉਹ ਕਿਸ ਕਨਸੈਪਟ ਦੀ ਐਗਜ਼ਾਮਪਲ ਤੋਂ ਫਿਰ ਕਿੱਧਰ ਜਾਣਾਗਾ ਥਿਊਰੀ ਵਾਲੀ ਸਾਈਡ। ਫਿਰ ਬਰੂਨਰ ਨੇ ਇੱਕ ਗੱਲ ਕੀਤੀ ਸਕੈਫੋਲਡਿੰਗ। ਕਾਹਦੀ ਗੱਲ ਕੀਤੀ ਸਕੈਫੋਲਡਿੰਗ। ਯਾਦ ਰੱਖਣਾ ਜੇ ਤੁਹਾਨੂੰ ਆਜੇ ਵੀ ਸਕੈਫੋਲਡਿੰਗ ਦਾ ਕਨਸੈਪਟ ਕਿਸ ਬੰਦੇ ਨੇ ਦਿੱਤਾ ਤਾਂ ਕਿਹਨੇ ਦਿੱਤਾ ਬਰੂਨਰ ਨੇ। ਪਰ ਇਹਨੂੰ ਸਭ ਤੋਂ ਜ਼ਿਆਦਾ ਜਿਹੜਾ ਯੂਜ਼ ਕੀਤਾ ਉਹ ਕਿਹਨੇ ਕੀਤਾ ਬਾਇਗੋਸਟੀ ਨੇ ਆਪਣੀ ਥਿਊਰੀ ਦੇ ਵਿੱਚ ਕੀਤਾ। ਸਕੈਫੋਲਡਿੰਗ ਕੀ ਆ ਟਾਈਮ ਟੂ ਟਾਈਮ ਬੱਚੇ ਦੀ ਕੀ ਕਰਨੀ ਸਪੋਰਟ ਕਰਨੀ। ਜਦੋਂ ਕਿਸੇ ਐਕਸਪਰਟ ਪਰਸਨ ਦੁਆਰਾ ਲਰਨਰ ਦੀ ਟਾਈਮ ਟੂ ਟਾਈਮ ਕੀ ਕੀਤੀ ਜਾਂਦੀ ਆ ਹੈਲਪ ਕੀਤੀ ਜਾਂਦੀ ਆ ਯਾਨੀ ਕਿ ਸਪੋਰਟ ਕੀਤੀ ਜਾਂਦੀ ਆ ਉਸ ਨੂੰ ਕੀ ਕਿਹਾ ਜਾਂਦਾਗਾ ਸਕੈਫੋਲਡਿੰਗ। ਜਿਵੇਂ ਆਪਾਂ ਘਰ ਆਪਣੀ ਮਾਤਾ ਆਪਾਂ ਨੂੰ ਕੋਈ ਕੰਮ ਸਿਖਾਵੇ ਤਾਂ ਜਿਹੜੀ ਆਪਣੀ ਮਾਤਾ ਉਹ ਤਾਂ ਆਪਣੀ ਕੀ ਆ MKO ਆ ਉਹ ਤਾਂ ਮਾਤਾ ਤਾਂ ਫਿਰ ਆਪਣੀ ਕੀ ਹੋਗੀ MKO ਯਾਨੀ ਕਿ ਮੋਰ ਨੌਲੇਜ ਅਦਰ। ਇਹ ਬਾਇਕੋਸਟੀ ਦੀ ਥਿਊਰੀ ਦੇ ਵਿੱਚ ਆਪਾਂ ਕਨਸੈਪਟ ਪੜਾਂਗੇ ਮੋਰ ਨੌਲੇਜ ਅਦਰ। ਪਰ ਮਾਤਾ ਨੇ ਉਹ ਕੰਮ ਕਰਨਾ ਕਿਵੇਂ ਆ ਉਹ ਜਿਹੜੀ ਆਪਣੀ ਹੈਲਪ ਕੀਤੀ ਆ ਉਸ ਹੈਲਪ ਨੂੰ ਅਸੀਂ ਕੀ ਕਹਿੰਦੇ ਆ ਸਕੈਫੋਲਡਿੰਗ। ਜਾਂ ਘਰੇ ਫਾਦਰ ਨੇ ਉਹ ਫਾਦਰ ਸਾਹਿਬ ਸਾਨੂੰ ਯਾਨੀ ਕਿ ਡੈਡੀ ਸਾਨੂੰ ਕੋਈ ਕੰਮ ਸਿਖਾਵੇ ਤਾਂ ਫਾਦਰ ਸਾਡੇ ਕੀ ਬਣਨਗੇ MKO। ਜਿਹੜੀ ਉਹਨਾਂ ਨੇ ਸਾਡੀ ਸਪੋਰਟ ਕੀਤੀ ਆ ਉਹ ਸਾਡੀ ਕੀ ਬਣੇਗੀ ਸਕੈਫੋਲਡਿੰਗ। ਕਲਾਸ ਦੇ ਵਿੱਚ ਟੀਚਰ ਆ
ਟੀਚਰ ਨੇ ਸਾਨੂੰ ਕੋਈ ਚੀਜ਼ ਸਿਖਾਈ, ਟੀਚਰ ਸਾਡਾ ਕੀ ਬਣੇਗਾ MKO। ਪਰ ਟੀਚਰ ਨੇ ਜਿਹੜੀ ਸਾਡੀ ਟਾਈਮ ਟੂ ਟਾਈਮ ਕੀ ਕੀਤੀ ਆ, ਸਪੋਰਟ ਕੀਤੀ ਆ, ਉਸ ਨੂੰ ਕੀ ਕਿਹਾਗਾ, ਸਕੈਫੋਲਡਿੰਗ ਕਿਹਾ ਜਾਂਦਾ। ਯਾਦ ਰੱਖਣਾ ਸਕੈਫੋਲਡਿੰਗ ਦਾ ਕਨਸੈਪਟ ਕਿਸ ਬੰਦੇ ਨੇ ਦਿੱਤਾ, ਬਰੂਨਰ ਨੇ। ਸਕੈਫੋਲਡਿੰਗ ਦਾ ਕਨਸੈਪਟ ਕਿਸ ਨੇ ਦਿੱਤਾ, ਬਰੂਨਰ ਨੇ। ਪਰ ਸਭ ਤੋਂ ਵੱਧ ਇਹਨੂੰ ਆਪਣੀ ਥਿਊਰੀ ਦੇ ਵਿੱਚ ਜਿਹੜਾ ਯੂਜ਼ ਕੀਤਾ ਉਹ ਕਿਹਨੇ ਕੀਤਾ, ਬਾਇਗੋਸਟੀ ਨੇ। ਸਕੈਫੋਲਡਿੰਗ ਹੈ ਕੀ ਚੀਜ਼ ਆ, ਟਾਈਮ ਟੂ ਟਾਈਮ ਬੱਚੇ ਦੀ ਯਾਨੀ ਕਿ ਲਰਨਰ ਦੀ ਕੀ ਕਰਨੀ, ਸਪੋਰਟ ਕਰਨੀ, ਯਾਨੀ ਕਿ ਹੈਲਪ ਕਰਨੀ, ਉਸ ਨੂੰ ਕੀ ਕਿਹਾ ਜਾਂਦਾਗਾ, ਸਕੈਫੋਲਡਿੰਗ ਕਿਹਾ ਜਾਂਦਾ। ਲੈਂਗੁਏਜ ਤੇ ਥਾਟ, ਜਦੋਂ ਅਸੀਂ ਪਿਆਜੇ ਦੀ ਥਿਊਰੀ ਪੜ੍ਹੀ ਤਾਂ ਪਿਆਜੇ ਕੀ ਕਹਿੰਦਾ ਸੀ, ਬੱਚੇ ਦੇ ਵਿੱਚ ਪਹਿਲਾਂ ਕੀ ਡਿਵੈਲਪ ਹੁੰਦਾ, ਥਾਟ, ਤੇ ਬਾਅਦ ਦੇ ਵਿੱਚ ਫਿਰ ਕੀ ਡਿਵੈਲਪ ਹੁੰਦੀ ਆ, ਲੈਂਗੁਏਜ। ਯਾਨੀ ਕਿ ਪਿਆਜੇ ਜੇ ਤੁਹਾਨੂੰ ਕਦੇ ਵੀ ਕੁਐਸਚਨ ਆ ਜਾਏ ਤਾਂ ਪਿਆਜੇ ਕੀ ਕਹਿੰਦਾ ਵੀ ਪਹਿਲਾਂ ਬੱਚੇ ਦੇ ਵਿੱਚ ਕੀ ਡਿਵੈਲਪ ਹੁੰਦਾਗਾ, ਥਾਟ, ਤੇ ਫਿਰ ਕੀ ਡਿਵੈਲਪ ਹੁੰਦੀ ਆ, ਲੈਂਗੁਏਜ। ਪਰ ਜਿਹੜਾ ਬਰੂਨਰ ਆ, ਬਰੂਨਰ ਕੀ ਕਹਿੰਦਾ ਵੀ ਬੱਚੇ ਦੇ ਵਿੱਚ ਪਹਿਲਾਂ ਕੀ ਡਿਵੈਲਪ ਹੁੰਦੀ ਆ, ਲੈਂਗੁਏਜ, ਤੇ ਬਾਅਦ ਦੇ ਵਿੱਚ ਕੀ ਡਿਵੈਲਪ ਹੁੰਦਾ, ਥਾਟ। ਇਹ ਯਾਦ ਰੱਖਣਾ ਬਰੂਨਰ ਨੇ ਕੀ ਕਿਹਾਗਾ ਵੀ ਪਹਿਲਾਂ ਬੱਚੇ ਦੇ ਵਿੱਚ ਕੀ ਡਿਵੈਲਪ ਹੁੰਦੀ ਆ, ਲੈਂਗੁਏਜ, ਤੇ ਫਿਰ ਬੱਚੇ ਦੇ ਵਿੱਚ ਕੀ ਡਿਵੈਲਪ ਹੁੰਦਾ, ਥਾਟ। ਤੇ ਉਸ ਤੋਂ ਬਾਅਦ ਜਿਹੜਾ ਬਰੂਨਰ ਆ ਉਹ ਬੱਚੇ ਦੇ ਕਿਹੜੇ ਐਕਸ਼ਨ ਦੇ ਉੱਪਰ ਜ਼ਿਆਦਾ ਜ਼ੋਰ ਦਿੰਦਾਗਾ, ਫਿਜ਼ੀਕਲ ਐਕਸ਼ਨ ਦੇ ਉੱਪਰ। ਇਹ ਯਾਦ ਰੱਖਣਾ ਵੀ ਜਿਹੜਾ ਪਿਆਜੇ ਸੀ ਉਹਦਾ ਬੱਚੇ ਦੇ ਉੱਪਰ ਜ਼ਿਆਦਾਤਰ ਕਿਹੜੇ ਐਕਸ਼ਨ ਦੇ ਉੱਪਰ ਜ਼ੋਰ ਦਿੰਦਾ ਸੀ, ਮੈਂਟਲ ਐਕਸ਼ਨ ਦੇ ਉੱਪਰ। ਕਿਹੜੇ ਐਕਸ਼ਨ ਦੇ ਉੱਪਰ ਜ਼ੋਰ ਦਿੰਦਾ ਸੀ, ਮੈਂਟਲ ਐਕਸ਼ਨ ਦੇ ਉੱਪਰ। ਤੇ ਜਿਹੜਾ ਬਰੂਨਰ ਆ, ਬਰੂਨਰ ਨੇ ਬੱਚੇ ਦੇ ਕਿਹੜੇ ਐਕਸ਼ਨ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ, ਫਿਜ਼ੀਕਲ ਐਕਸ਼ਨ ਦੇ ਉੱਪਰ। ਵੀ ਜਿਹੜੇ ਫਿਜ਼ੀਕਲ ਐਕਸ਼ਨ ਆ ਉਹ ਬੱਚੇ ਦੀ ਡਿਵੈਲਪਮੈਂਟ ਦੇ ਵਿੱਚ ਮੇਨ ਕੀ ਕਰਦੇ ਨੇ, ਰੋਲ ਅਦਾ ਕਰਦੇ ਨੇ। ਪਿਆਜੇ ਤੇ ਬਰੂਨਰ ਇਹ ਦੋਨੋਂ ਇਸ ਕਨਸੈਪਟ ਦੇ ਉੱਪਰ ਕੀ ਨੇ, ਸਹਿਮਤੀ ਪ੍ਰਗਟਾਉਂਦੇ ਨੇ, ਦੋਨੋਂ ਕੀ ਨੇ, ਸਹਿਮਤੀ ਦਿੰਦੇ ਨੇ ਵੀ ਬੱਚਾ ਆਲਵੇਜ਼ ਕੀ ਰਹਿੰਦਾ, ਰੈਡੀ ਟੂ ਲਰਨ, ਕਿ ਬੱਚਾ ਆਲਵੇਜ਼ ਸਿੱਖਣ ਲਈ ਕੀ ਰਹਿੰਦਾਗਾ, ਤਿਆਰ ਰਹਿੰਦਾ। ਇਸ ਗੱਲ ਨਾਲ ਕੌਣ ਸਹਿਮਤ ਆ, ਪਿਆਜੇ ਵੀ ਸਹਿਮਤ ਆ ਤੇ ਬਰੂਨਰ ਵੀ ਸਹਿਮਤ ਆ ਕਿ ਬੱਚਾ ਆਲਵੇਜ਼ ਰੈਡੀ ਟੂ ਕੀਆ ਲਰਨਰ, ਰੈਡੀ ਟੂ ਲਰਨ। ਮੈਂ ਫੇਰ ਦੱਸ ਰਿਹਾ, ਪਹਿਲਾ ਗੱਲ ਅਸੀਂ ਕਿਹਦੀ ਕੀਤੀ, ਲੈਂਗੁਏਜ ਤੇ ਥਾਟ ਦੀ। ਪਿਆਜੇ ਦਾ ਕੀ ਕਹਿੰਦਾ ਸੀ, ਬੱਚੇ ਦੇ ਵਿੱਚ ਪਹਿਲਾਂ ਕੀ ਡਿਵੈਲਪ ਹੁੰਦਾ, ਥਾਟ, ਫਿਰ ਕੀ ਡਿਵੈਲਪ ਹੁੰਦੀ ਆ, ਲੈਂਗੁਏਜ। ਪਰ ਇਹਦੇ ਉਲਟ ਜਿਹੜਾ ਬਰੂਨਰ ਆ, ਬਰੂਨਰ ਕੀ ਕਹਿੰਦਾ, ਪਹਿਲਾਂ ਬੱਚੇ ਦੇ ਵਿੱਚ ਕੀ ਡਿਵੈਲਪ ਹੁੰਦੀ ਆ, ਲੈਂਗੁਏਜ, ਤੇ ਫਿਰ ਬੱਚੇ ਦੇ ਵਿੱਚ ਕੀ ਡਿਵੈਲਪ ਹੁੰਦਾ, ਥਾਟ। ਤੇ ਫਿਰ ਉਸ ਤੋਂ ਬਾਅਦ ਜਿਹੜਾ ਬਰੂਨਰ ਆ ਉਹ ਕਹਿੰਦਾ ਬੱਚੇ ਦੀ ਲਰਨਿੰਗ ਦੇ ਵਿੱਚ ਮੇਨ ਕਿਹਦਾ ਰੋਲ ਆ, ਉਹਦੇ ਫਿਜ਼ੀਕਲ ਐਕਸ਼ਨ ਦਾ। ਜਿਹੜਾ ਤਾਂ ਪਿਆਜੇ ਆ, ਪਿਆਜੇ ਕੀ ਕਹਿੰਦਾ, ਬੱਚੇ ਦੇ ਉਹਦੀ ਡਿਵੈਲਪਮੈਂਟ ਦੇ ਵਿੱਚ, ਉਹਦੀ ਲਰਨਿੰਗ ਦੇ ਵਿੱਚ ਮੇਨ ਰੋਲ ਕਿਹਦਾ, ਉਹਦੇ ਮੈਂਟਲ ਐਕਸ਼ਨ ਦਾ। ਕਿਹਦਾ ਰੋਲ ਆ, ਮੇਨ ਮੈਂਟਲ ਐਕਸ਼ਨ ਦਾ। ਪਰ ਜਿਹੜਾ ਬਰੂਨਰ ਆ ਉਹ ਕਹਿੰਦਾ ਉਹਦੇ ਕਿਹਦਾ ਰੋਲ ਆ, ਮੇਨ ਫਿਜ਼ੀਕਲ ਐਕਸ਼ਨ ਦਾ। ਫਿਰ ਬਰੂਨਰ ਤੇ ਪਿਆਜੇ ਦੋਨੋਂ ਸਹਿਮਤ ਨੇ ਵੀ ਬੱਚਾ ਆਲਵੇਜ਼ ਕੀ ਰਹਿੰਦਾ, ਰੈਡੀ ਟੂ ਲਰਨ। ਬੱਚਾ ਆਲਵੇਜ਼ ਕੀ ਰਹਿੰਦਾ, ਰੈਡੀ ਟੂ ਲਰਨ। ਸਟੂਡੈਂਟਸ ਇਹਦੇ ਨਾਲ ਸਾਡੀ ਬਰੂਨਰ ਦੀ ਥਿਊਰੀ ਖਤਮ ਹੁੰਦੀ ਆ। ਇਹਦੇ ਨਾਲ ਰਿਲੇਟਡ ਤੁਹਾਡੀ ਕੋਈ ਇਸ ਟੌਪਿਕ ਨਾਲ ਰਿਲੇਟਡ ਤੁਹਾਡੀ ਕੋਈ ਪ੍ਰੋਬਲਮ ਹੋਵੇ ਜਾਂ ਕੋਈ ਕੁਐਰੀ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਕਲੀਅਰ ਕਰ ਸਕਦੇ ਹੋ। ਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਹਰੇਕ ਆਉਣ ਵਾਲਾ ਲੈਕਚਰ ਤੁਹਾਡੇ ਕੋਲੇ ਪਹੁੰਚ ਸਕੇ। ਅੱਜ ਲਈ ਥੈਂਕ ਯੂ।